ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਅੱਜ ਦੀ ਭੱਜ ਨੱਠ ਭਰੀ ਜ਼ਿੰਦਗੀ ਵਿੱਚ ਇਨਸਾਨ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਨੇ ਤੇ ਉਹ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਆਪਣਾ ਇਲਾਜ ਕਰਾਉਂਦੇ ਆ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਆਯੁਰਵੇਦ ਬਾਰੇ ਜਾਣਾਂਗੇ ਕਿ ਆਯੁਰਵੇਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਿਸੇ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਤੇ ਇਸ ਬਾਰੇ ਜਾਣਕਾਰੀ ਲੈਣ ਲਈ ਅਸੀਂ ਪਹੁੰਚੇ ਹਾਂ ਵੈਦਾਸ ਆਯੁਰਵੈਦਿਕ ਕਲੀਨਿਕ ਵਿਖੇ ਡਾਕਟਰ ਅਮਨਦੀਪ ਕੌਰ ਢੋਲੇਵਾਲ ਹੋਰਾਂ ਕੋਲ। ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਮੈਮ, ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਦਮਨ, ਥੈਂਕ ਯੂ ਸੋ ਮਚ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਮ, ਤੁਹਾਡੇ ਇਸ ਕਲੀਨਿਕ ਦੇ ਵਿੱਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ? ਦੇਖੋ, ਆਯੁਰਵੇਦ ਦੇ ਵਿੱਚ ਸਾਰੀਆਂ ਹੀ ਕ੍ਰੋਨਿਕ ਬਿਮਾਰੀਆਂ ਦਾ ਇਲਾਜ ਸੰਭਵ ਹੈ। ਅੱਜ ਦੇ ਦੌਰ ਦੇ ਵਿੱਚ ਜਿਵੇਂ ਸਾਡੀ ਜ਼ਿੰਦਗੀ 'ਚ ਬੜੀ ਸਾਰੀ ਚੇਂਜਸ ਆ ਗਈਆਂ, ਲਾਈਫਸਟਾਈਲ ਡਿਸਆਰਡਰ ਨੇ, ਬੀਪੀ, ਸ਼ੂਗਰ, ਥਾਇਰੋਇਡ, ਔਰਤਾਂ ਦੇ ਵਿੱਚ ਪੀਸੀਓਡੀ, ਮਾਹਵਾਰੀ ਦੀ ਸਮੱਸਿਆ, ਗੁਰਦੇ ਦੀ ਪੱਥਰੀ, ਲਿਵਰ ਦੀਆਂ ਬਿਮਾਰੀਆਂ, ਲਿਵਰ ਦੀ ਸੋਜ, ਫੈਟੀ ਲਿਵਰ ਜਾਂ ਸਿਰੋਸਿਸ, ਫਿੰਸੀਆਂ ਦੀਆਂ ਸਮੱਸਿਆਵਾਂ, ਸੋਰਾਇਸਿਸ, ਸਕਿਨ ਡਿਜ਼ੀਜ਼ਸ, ਗੋਡਿਆਂ ਦੀ ਦਰਦ, ਗਠੀਆ, ਦਮਾ, ਅਨੇਕਾਂ ਹੀ ਜਿੰਨੀਆਂ ਵੀ ਕ੍ਰੋਨਿਕ ਬਿਮਾਰੀਆਂ ਜਿਹੜੀਆਂ ਕਾਫੀ ਦੇਰ ਤੋਂ ਲੱਗੀਆਂ ਹੁੰਦੀਆਂ ਨੇ ਇਨਸਾਨ ਨੂੰ, ਹੌਲੀ ਹੌਲੀ ਉਹ ਅੱਗੇ ਵੱਧਦੀਆਂ ਜਾਂਦੀਆਂ ਨੇ ਤੇ ਅੱਗੇ ਜਾ ਕੇ ਹੋਰ ਭਿਆਨਕ ਰੂਪ ਜਿਨ੍ਹਾਂ ਦਾ ਆਉਂਦਾ ਹੈ, ਉਹ ਸਾਰੀਆਂ ਬਿਮਾਰੀਆਂ ਦਾ, ਕ੍ਰੋਨਿਕ ਡਿਜ਼ੀਜ਼ਸ ਦਾ ਇਲਾਜ ਕੀਤਾ ਜਾਂਦਾ ਹੈ। ਜੀ ਮੈਮ, ਇਹ ਤਾਂ ਤੁਸੀਂ ਗੱਲ ਕੀਤੀ ਹੈ ਸਰੀਰਕ ਸਮੱਸਿਆਵਾਂ ਦੀ। ਕੀ ਮਾਨਸਿਕ ਸਮੱਸਿਆਵਾਂ ਦਾ ਇਲਾਜ ਆਯੁਰਵੇਦ ਦੇ ਵਿੱਚ ਹੈ? ਜੀ ਬਿਲਕੁਲ, ਮਾਨਸਿਕ ਸਮੱਸਿਆਵਾਂ ਦੇ ਨਾਲ ਵੀ ਬਹੁਤ ਸਾਰੀਆਂ ਸਰੀਰਕ ਜੋ ਸਮੱਸਿਆਵਾਂ ਨੇ ਐਸੋਸੀਏਟਡ ਨੇ। ਜਦੋਂ ਕੋਈ ਵੀ ਬੰਦਾ ਕਿਸੇ ਵੀ ਮਾਨਸਿਕ ਸਮੱਸਿਆ ਤੋਂ ਪੀੜਿਤ ਹੁੰਦਾ ਹੈ ਤਾਂ ਅਨੇਕਾਂ ਹੀ ਸਰੀਰਕ ਸਮੱਸਿਆਵਾਂ ਵੀ ਉਸ ਨੂੰ ਮਨ ਦੇ ਬਿਮਾਰ ਹੋਣ ਨਾਲ ਲੱਗ ਜਾਂਦੀਆਂ ਨੇ। ਤਾਂ ਮਾਨਸਿਕ ਬਿਮਾਰੀਆਂ ਦਾ ਵੀ ਆਯੁਰਵੇਦ ਦੇ ਨਾਲ ਇਲਾਜ ਕੀਤਾ ਜਾਂਦਾ ਹੈ। ਜੀ ਮੈਮ, ਆਯੁਰਵੇਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਲਾਜ ਕੀਤਾ ਜਾਂਦਾ ਹੈਗਾ ਜਾਂ ਕਿਹੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਇਲਾਜ ਕਰਦੇ ਹੋ? ਦੇਖੋ, ਆਯੁਰਵੇਦ ਦੇ ਵਿੱਚ ਅਸੀਂ ਕਦੇ ਵੀ ਪੇਸ਼ੈਂਟ ਦੇ ਸਿੰਪਟਮ ਦੇਖ ਕੇ ਕਿ ਜਿਵੇਂ ਦਰਦ ਹੋ ਰਿਹਾ ਤਾਂ ਦਰਦ ਦੀ ਦਵਾਈ ਦੇ ਦਿੱਤੀ ਜਾਵੇ, ਐਦਾਂ ਇਲਾਜ ਨਹੀਂ ਹੁੰਦਾ। ਹਰ ਇੱਕ ਬੰਦੇ ਦੀ ਪ੍ਰਕਿਰਤੀ ਹੈ ਅਲੱਗ। 5 ਤੱਤਾਂ ਤੋਂ ਸਰੀਰ ਬਣਿਆ ਹੈ ਤੇ ਵਾਤ, ਪਿੱਤ, ਕਫ, ਤਿੰਨ ਦੋਸ਼ ਨੇ। ਅਸੀਂ ਹਰ ਬੰਦੇ ਦੀ ਪ੍ਰਕਿਰਤੀ ਐਨਾਲਿਸਿਸ ਕਰਦੇ ਹਾਂ ਪਹਿਲਾਂ ਕਿ ਇਸ ਸਮੇਂ ਉਸ ਨੂੰ ਕੀ ਉਹਦੇ ਵਾਤ, ਪਿੱਤ, ਕਫ ਦੋਸ਼ ਜੋ ਵਧੇ ਘਟੇ ਹੋਏ ਨੇ ਜਾਂ ਕੀ ਸਿੰਪਟਮ ਉਹਦੇ ਵਿੱਚ ਪ੍ਰਕਿਰਤੀ ਦੇ ਆ ਰਹੇ ਨੇ, ਉਸ ਹਿਸਾਬ ਦੇ ਨਾਲ ਤੇ ਕੀ ਸਾਡਾ ਸੀਜ਼ਨ ਚੱਲ ਰਿਹਾ ਹੈ, ਕੀ ਉਹਦੇ ਆਹਾਰ ਵਿਹਾਰ 'ਚ ਕਮੀ ਹੈ ਜਾਂ ਕੀ ਉਸਦੇ ਲਾਈਫ ਸਟਾਈਲ 'ਚ ਕਮੀ ਹੈ, ਪੂਰੀ ਇੱਕ ਉਹਦੀ ਡਿਟੇਲਡ ਹਿਸਟਰੀ ਲੈ ਕੇ ਉਹਦਾ ਰੂਟ ਕਾਜ਼ ਦੇਖ ਕੇ ਕਿਹਨਾਂ ਕਾਰਨਾਂ ਕਰਕੇ ਦੋਸ਼ ਵਧੇ ਹੋਏ ਨੇ, ਉਹ ਕਾਰਨ ਜਦੋਂ ਅਸੀਂ ਜਿੰਨੀ ਦੇਰ ਤੱਕ ਠੀਕ ਨਹੀਂ ਕਰਦੇ, ਬਿਮਾਰੀ ਠੀਕ ਨਹੀਂ ਹੋ ਸਕਦੀ। ਕਈ ਵਾਰ ਪੇਸ਼ੈਂਟ ਆਪਣੇ ਆਪ ਹੀ ਕੋਈ ਆਯੁਰਵੈਦਿਕ ਦੀ ਦਵਾਈਆਂ ਜਾਂ ਕੋਈ ਹੋਰ ਵੀ ਦਵਾਈਆਂ ਲੈਂਦਾ ਰਹਿੰਦਾ ਹੈ ਬਟ ਉਹਦੀ ਪ੍ਰੋਬਲਮ ਨਹੀਂ ਸੋਲਵ ਹੁੰਦੀ ਕਿਉਂਕਿ ਉਹਨੂੰ ਬੇਸਿਕ ਆਪਣੀ ਜੋ ਮੋਡਸ ਆਪਰੈਂਡੀ ਹੈ ਆਯੁਰਵੇਦ ਦੀ, ਜਿਹਦੇ ਵਿੱਚ ਅਸੀਂ ਬੇਸ ਪ੍ਰਕਿਰਤੀ ਜਾਂ ਵਾਤ, ਪਿੱਤ, ਕਫ ਨੂੰ ਠੀਕ ਕਰਕੇ ਪੇਸ਼ੈਂਟ ਨੂੰ ਠੀਕ ਕਰਨਾ, ਉਹ ਨਹੀਂ ਪਤਾ ਹੁੰਦਾ। ਤਾਂ ਇਸ ਲਈ ਅਸੀਂ ਹਰ ਪੇਸ਼ੈਂਟ ਨੂੰ ਕਹਿੰਦੇ ਕਿ ਹਰ ਪੇਸ਼ੈਂਟ ਅਲੱਗ ਹੈ। ਜੋ ਮੈਂ ਦਵਾਈ ਤੁਹਾਨੂੰ ਦਿੱਤੀ ਹੈ ਉਹ ਮੈਂ ਕਿਸੇ ਸ਼ਾਇਦ ਦੂਜੇ ਬੰਦੇ ਨੂੰ ਸੇਮ ਬਿਮਾਰੀ 'ਚ ਨਾ ਦੇਵਾਂ ਕਿਉਂਕਿ ਹਰ ਕਿਸੇ ਬੰਦੇ ਦੀ ਪ੍ਰਕਿਰਤੀ ਅਲੱਗ ਹੈ। ਜਿਵੇਂ ਕਹਿੰਦੇ ਕਿਸੇ ਲਈ ਮਾਂ ਬਾਦੀ, ਕਿਸੇ ਲਈ ਸਵਾਦੀ, ਇਸ ਤਰ੍ਹਾਂ ਹਰ ਕਿਸੇ ਦੀ ਬਿਮਾਰੀ ਅਲੱਗ ਹੈ। ਪੇਸ਼ੈਂਟ ਦੀ ਪ੍ਰਕਿਰਤੀ ਦੇਖ ਕੇ ਉਹਦੇ ਦੋਸ਼ ਦਾਤੂਆਂ ਨੂੰ ਠੀਕ ਕਰਕੇ ਹੀ ਅਸੀਂ ਇਲਾਜ ਕਰਦੇ ਹਾਂ। ਜੀ ਮੈਮ, ਕਈ ਵਾਰੀ ਕੀ ਹੁੰਦਾ ਕਿ ਇਨਸਾਨ ਇਹ ਸੋਚਦੇ ਕਿ ਜਿਹੜੀ ਆਯੁਰਵੈਦਿਕ ਦਵਾਈਆਂ ਹੁੰਦੀਆਂ ਇਹ ਗਰਮ ਹੁੰਦੀਆਂ ਨੇ, ਇਸ ਲਈ ਬਹੁਤ ਸਾਰੇ ਇਨਸਾਨ ਇਹਨਾਂ ਨੂੰ ਲੈਣ ਤੋਂ ਡਰਦੇ ਆ। ਇਸ ਗੱਲ ਦੇ ਵਿੱਚ ਸੱਚਾਈ ਹੈ ਕਿ ਨਹੀਂ? ਨਹੀਂ, ਆਯੁਰਵੈਦਿਕ ਦਵਾਈਆਂ ਇਕੱਲੀਆਂ ਗਰਮ ਨਹੀਂ ਹੁੰਦੀਆਂ, ਠੰਡੀਆਂ ਵੀ ਹੁੰਦੀਆਂ ਨੇ ਬਹੁਤ, ਕਿਉਂਕਿ ਵਾਤ, ਪਿੱਤ, ਕਫ ਦੋਸ਼ ਹੈ, ਉਹ ਅਸੀਂ ਅਗਨੀ ਜਾਂ ਪਿੱਤ ਹੈ ਜਾਂ ਉਹਨਾਂ ਨੂੰ ਬੈਲੈਂਸ ਕਰਨਾ ਹੈ। ਕਿਸੇ ਨੂੰ ਪਿੱਤ ਨੂੰ ਬੈਲੈਂਸ ਕਰਨ ਕਰਕੇ ਠੰਡੀ ਦਵਾਈ ਵੀ ਦੇਣੀ ਹੁੰਦੀ ਹੈ, ਕਿਸੇ ਨੂੰ ਗਰਮ ਦਵਾਈ ਵੀ ਦੇਣੀ ਹੁੰਦੀ ਹੈ। ਉਹ ਪ੍ਰਕਿਰਤੀ ਦੇਖ ਕੇ ਮੈਡੀਸਿਨ ਦਿੱਤੀ ਜਾਂਦੀ ਹੈ। ਜੇ ਤੁਸੀਂ ਖੁਦ ਜਾਂ ਕਿਸੇ ਅਨਕੁਆਲੀਫਾਈਡ ਡਾਕਟਰ ਤੋਂ ਲਓਗੇ ਤਾਂ ਕਈ ਵਾਰ ਹੁੰਦਾ ਹੈ ਕਿ ਤੁਹਾਡੀ ਪ੍ਰਕਿਰਤੀ ਐਨਾਲਿਸਿਸ ਕਰੇ ਬਿਨਾਂ ਕੋਈ ਮੈਡੀਸਿਨ ਦੇ ਦਿੱਤੀ ਜਾਵੇ ਜਿਹਦੇ ਨਾਲ ਕੋਈ ਉਹਨੂੰ ਹਾਰਮਫੁਲ ਇਫੈਕਟ ਆਵੇ। ਬਟ ਜੇ ਤੁਸੀਂ ਕਿਸੇ ਕੁਆਲੀਫਾਈਡ ਫਿਜ਼ੀਸ਼ੀਅਨ ਜੋ ਆਯੁਰਵੈਦਿਕ ਜਿਨ੍ਹਾਂ ਨੇ ਪੜ੍ਹਾਈ ਕਰ ਰੱਖੀ ਹੈ ਉਸਦੇ ਕੋਲ ਜਾਓਗੇ, ਉਹ ਹਮੇਸ਼ਾ ਤੁਹਾਡੇ ਤੋਂ ਤੁਹਾਡੀ ਪ੍ਰਕਿਰਤੀ ਦੇਖ ਕੇ, ਤੁਹਾਡੇ ਦੋਸ਼ ਦਾਤੂ ਦੇਖ ਕੇ ਕੀ ਵਧਿਆ ਘਟਿਆ ਉਸ ਹਿਸਾਬ ਨਾਲ ਦਵਾਈ ਦੇਗਾ ਤਾਂ ਕਿ ਤੁਹਾਡੇ ਕੁਝ ਵੀ ਗਰਮ ਜਾਂ ਜੋ ਇੱਦਾਂ ਦੇ ਦੋਸ਼ ਨਾ ਆਉਣ। ਜੀ ਮੈਮ, ਕਈ ਵਾਰੀ ਕੀ ਹੁੰਦਾ ਕਿ ਕਈ ਆਯੁਰਵੈਦਿਕ ਡਾਕਟਰ ਜਿਹੜੇ ਹੁੰਦੇ ਆ ਉਹ ਨਬਜ਼ ਦੇਖ ਕੇ ਜਿਹੜਾ ਹੈ ਦਵਾਈ ਦਿੰਦੇ ਹੈਗੇ ਆ। ਕੀ ਇਹ ਪੋਸੀਬਲ ਹੈ ਕਿ ਨਬਜ਼ ਤੋਂ ਤੁਸੀਂ ਪਛਾਣ ਲੈਂਦੇ ਹੋ ਕਿ ਇਸ ਬੱਚੇ ਨੂੰ ਕੀ ਰੋਗ ਹੈ, ਇਸ ਇਨਸਾਨ ਨੂੰ ਕੀ ਰੋਗ ਹੈ? ਹਾਂ, ਨਬਜ਼ ਦੇਖ ਕੇ ਪਹਿਲਾਂ ਤਾਂ ਪਤਾ ਹੀ ਚੱਲ ਹੀ ਜਾਂਦਾ ਹੈ ਵਾਤ, ਪਿੱਤ, ਕਫ ਦੇ ਵਿੱਚ ਵੀ ਕੀ ਉਸਦਾ ਸਟੇਬਿਲਿਟੀ ਉਸ ਟਾਈਮ ਤੇ ਜੋ ਨਾੜੀ ਹੈ ਦੱਸ ਦਿੰਦੀ ਹੈ ਕਿ ਕੀ ਰੋਗ ਆ ਰਿਹਾ ਹੈ। ਸਾਨੂੰ ਨਾੜੀ ਦੇਖ ਕੇ ਔਰ ਪੇਸ਼ੈਂਟ ਤੋਂ ਕੁਐਸਚਨ ਪੁੱਛ ਕੇ ਉਸ ਟਾਈਮ ਕਾਫੀ ਕੁਝ ਪਤਾ ਚੱਲ ਜਾਂਦਾ ਹੈ ਕਿ ਇਹਦੇ ਵਿੱਚ ਕਿਸ ਦੋਸ਼ ਦੀ ਸਾਨੂੰ ਅਸੀਂ ਉਹਨੂੰ ਬੈਲੈਂਸ ਕਰਨਾ ਹੈ, ਤਾਂ ਉਸ ਹਿਸਾਬ ਨਾਲ ਅਸੀਂ ਮੈਡੀਸਿਨ ਦਿੰਦੇ ਹਾਂ ਤਾਂ ਉਹ ਪੇਸ਼ੈਂਟ ਠੀਕ ਹੋ ਜਾਂਦਾ ਹੈ। ਜੀ ਮੈਮ, ਜਿਵੇਂ ਤੁਸੀਂ ਗੱਲ ਕੀਤੀ ਹੈਗੀ ਕਿ ਤੁਸੀਂ ਔਰਤਾਂ ਦੇ ਰੋਗਾਂ ਦਾ ਇਲਾਜ ਕਰਦੇ ਹੋ, ਤੁਸੀਂ ਗੋਡਿਆਂ ਦੇ ਦਰਦ ਦਾ ਇਲਾਜ ਕਰਦੇ ਹੋ ਤੇ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਦੇ ਹੋ, ਪਰ ਜਦੋਂ ਅਸੀਂ ਆਯੁਰਵੇਦ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਨਾਲ ਬਹੁਤ ਸਾਰੀਆਂ ਮਿਥ ਵੀ ਜੁੜੀਆਂ ਹੋਈਆਂ ਨੇ। ਕਈ ਲੋਕਾਂ ਨੂੰ ਲੱਗਦਾ ਹੈਗਾ ਕਿ ਰਿਸਰਚ ਬੇਸਡ ਚੀਜ਼ਾਂ ਨਹੀਂ ਹੁੰਦੀਆਂ, ਇਹ ਜੜੀ ਬੂਟੀਆਂ ਦੇ ਨਾਲ ਹੀ ਇਲਾਜ ਕਰ ਦਿੱਤਾ ਜਾਂਦਾ ਆ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਨਹੀਂ, ਇਹ ਬਹੁਤ ਵੱਡੀ ਗਲਤਫਹਿਮੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਆਯੂਸ਼ ਦਾ ਇੰਡੀਆ ਦੇ ਵਿੱਚ ਮੰਤਰਾਲੇ ਬਣ ਚੁੱਕਿਆ ਹੈ। ਆਯੂਸ਼ ਦੇ ਰਿਸਰਚ ਸੈਂਟਰਸ ਨੇ ਪੂਰੇ ਇੰਡੀਆ ਦੇ ਵਿੱਚ ਬੇਸ ਨੇ, ਇੰਟਰਨੈਸ਼ਨਲੀ ਵੀ ਬੇਸ ਨੇ, ਜਿਨ੍ਹਾਂ ਦੇ ਵਿੱਚ ਰਿਸਰਚ ਬੇਸ ਦਵਾਈਆਂ ਖਾਲੀ ਇੰਡੀਆ ਦੇ ਵਿੱਚ ਨਹੀਂ, ਬਹੁਤ ਸਾਰੇ ਦੇਸ਼ਾਂ ਦੇ ਵਿੱਚ, ਯੂਰਪ ਦੀਆਂ ਮੋਸਟਲੀ ਸਾਰੀ ਕੰਟਰੀਜ਼ ਦੇ ਵਿੱਚ, ਈਵਨ ਅਮਰੀਕਾ ਦੇ ਵਿੱਚ ਸਾਡੇ ਪ੍ਰੋਡਕਟਸ ਹੈ ਜੋ ਰਿਸਰਚ ਬੇਸਡ ਪ੍ਰੋਡਕਟ ਉੱਥੇ ਯੂਜ਼ ਹੁੰਦੇ ਨੇ। ਆਪਣੇ ਬਾਰੇ ਜੇ ਮੈਂ ਦੱਸਾਂ ਤਾਂ ਮੈਂ ਕੈਨੇਡਾ ਦੇ ਵਿੱਚ ਲਾਈਫਸਟਾਈਲ ਡਿਸਆਰਡਰਸ ਦੇ ਉੱਤੇ ਰਿਸਰਚ ਪ੍ਰਕਾਸ਼ਿਤ ਵੀ ਕਰ ਚੁੱਕੀ ਹਾਂ ਤੇ ਬੈਸਟ ਕੰਟੈਂਟ ਤੇ ਬੈਸਟ ਸਪੀਕਰ ਦਾ ਇਨਾਮ ਵੀ ਲੈ ਚੁੱਕੀ ਹਾਂ। ਤੇ ਨਾਲ ਦੀ ਨਾਲ PGI ਦੇ ਵਿੱਚ ਰੋਲ ਆਫ ਆਯੁਰਵੇਦਾ ਇਨ ਓਬਸ ਐਂਡ ਗਾਇਨੀ, ਮਤਲਬ ਔਰਤਾਂ ਦੀਆਂ ਬਿਮਾਰੀਆਂ ਤੇ ਜੋ ਗਰਭ ਅਵਸਥਾ ਦੇ ਵਿੱਚ ਕਿਵੇਂ ਆਯੁਰਵੇਦ ਦੇ ਦੁਆਰਾ ਅਸੀਂ ਔਰਤਾਂ ਦੀ ਦੇਖਭਾਲ ਕਰਦੇ ਹਾਂ, ਉਹਦੇ ਉੱਤੇ ਵੀ ਆਪਣਾ ਰਿਸਰਚ ਪੇਪਰ ਪਬਲਿਸ਼ ਕਰ ਚੁੱਕੇ ਹਾਂ। ਤੇ ਇਹ ਸਾਰਾ ਕੁਝ ਰਿਸਰਚ ਬੇਸਡ ਹੈ। ਅੱਜ ਦੇ ਸਮੇਂ ਦੇ ਵਿੱਚ ਆਯੁਰਵੇਦ ਦੇ ਵਿੱਚ ਬਹੁਤ ਰਿਸਰਚ ਹੋ ਚੁੱਕੀ ਹੈ, ਰਿਸਰਚ ਬੇਸਡ ਦਵਾਈਆਂ ਲੋਕਾਂ ਨੂੰ ਮਿਲਦੀਆਂ ਨੇ ਔਰ ਠੀਕ ਕਰਦੀਆਂ ਨੇ। ਜੀ ਮੈਮ, ਜੇਕਰ ਆਪਾਂ ਗੋਡਿਆਂ ਦੀ ਗੱਲ ਕਰੀਏ ਹੈ ਨਾ, ਜਦੋਂ ਕਿਸੇ ਇਨਸਾਨ ਦੇ ਗੋਡੇ ਦੁਖਣ ਲੱਗਦੇ ਹੈਗੇ ਆ ਤਾਂ ਜਦੋਂ ਉਹ ਕਿਸੇ ਹੋਰ ਡਾਕਟਰ ਕੋਲ ਜਾਂਦੇ ਆ ਉਹ ਕਹਿੰਦੇ ਕਿ ਤੁਹਾਨੂੰ ਗੋਡੇ ਬਦਲਨੇ ਪੈਣਗੇ, ਇਸ ਦਾ ਹੋਰ ਕੋਈ ਸਮਾਧਾਨ ਹੀ ਨਹੀਂ ਹੈਗਾ। ਕੀ ਆਯੁਰਵੇਦ ਦੇ ਵਿੱਚ ਇਸ ਬਿਮਾਰੀ ਦਾ ਇਲਾਜ ਹੋ ਸਕਦਾ? ਬਿਲਕੁਲ, ਬਹੁਤ ਅੱਛੇ ਤਰੀਕੇ ਨਾਲ ਗੋਡਿਆਂ ਦੀ ਬਿਮਾਰੀ ਦਾ ਇਲਾਜ ਹੋ ਸਕਦਾ ਹੈ। ਐਕਚੁਅਲੀ ਹਰ ਬਿਮਾਰੀ ਹੀ ਸਟੇਜ ਬੇਸਡ ਹੁੰਦੀ ਹੈ, ਤਾਂ ਅਪ ਟੂ 2nd ਸਟੇਜ ਤੱਕ ਜੋ ਸਾਡੇ ਜਦੋਂ ਗੋਡੇ ਘਿਸ ਜਾਂਦੇ ਆ ਔਰ ਗੈਪ ਘੱਟ ਹੋ ਜਾਂਦਾ ਹੈ, ਆਯੁਰਵੇਦ ਦੇ ਵਿੱਚ ਕਾਫੀ ਸਾਰੀਆਂ ਮੈਡੀਸਿਨਸ ਹੈ ਕਿ ਅਸੀਂ ਉਹਨਾਂ ਦੀ ਮੋਬਿਲਿਟੀ ਵਧਾ ਦਿੰਦੇ ਹਾਂ ਔਰ ਜੋ ਉਹਦੀ ਕਾਰਟਿਲੇਜ ਵੀ ਫਾਰਮੇਸ਼ਨ ਸ਼ੁਰੂ ਹੋ ਜਾਂਦੀ ਹੈ। ਤਾਂ ਉਹਦੇ ਵਿੱਚ ਗੋਡਿਆਂ ਦਾ ਜਿਹੜਾ ਸਰਜਰੀ ਕਰਵਾਉਣ ਤੱਕ ਦੀ ਨੌਬਤ ਨਹੀਂ ਜਾਂਦੀ। ਪਰ ਜੇ ਬਹੁਤ ਲੇਟਰ ਔਨ ਸਟੇਜ ਹੋਵੇ, 4th ਸਟੇਜ ਹੋਵੇ, ਉਹਦੇ ਵਿੱਚ ਅਸੀਂ ਪੇਸ਼ੈਂਟ ਨੂੰ ਰਿਕਮੈਂਡ ਨਹੀਂ ਕਰਦੇ ਆਯੁਰਵੈਦਿਕ ਮੈਡੀਸਿਨ, ਫਿਰ ਅਸੀਂ ਉਸਨੂੰ ਸਰਜਰੀ ਦੇ ਲਈ ਹੀ ਰਿਕਮੈਂਡ ਕਰਦੇ ਹਾਂ। ਜੀ, ਜਿਵੇਂ ਮੈਮ ਤੁਸੀਂ ਔਰਤਾਂ ਦੇ ਰੋਗਾਂ ਦੀ ਗੱਲ ਕੀਤੀ ਹੈ ਨਾ, ਤੁਸੀਂ ਉਹਦੇ ਵਿੱਚ ਜਿਹੜਾ ਰਿਸਰਚ ਪੇਪਰ ਨੂੰ ਵੀ ਪਬਲਿਸ਼ ਕੀਤਾ ਹੈਗਾ ਆ। ਕਈ ਲੋਕਾਂ ਨੂੰ ਇਹ ਲੱਗਦਾ ਹੈਗਾ ਆ ਕਿ ਔਰਤਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਗੰਭੀਰ ਹੋ ਜਾਂਦੀਆਂ ਨੇ ਤੇ ਉਹਨਾਂ ਦਾ ਇਲਾਜ ਜਿਹੜਾ ਹੈ ਆਯੁਰਵੇਦ ਦੇ ਵਿੱਚ ਨਹੀਂ ਹੋ ਸਕਦਾ। ਕੀ ਹਰ ਇੱਕ ਔਰਤ ਦੀ ਬਿਮਾਰੀ ਦਾ ਇਲਾਜ ਆਯੁਰਵੇਦ ਦੇ ਵਿੱਚ ਹੈ? ਦੇਖੋ, ਕਾਫੀ ਸਾਰੀਆਂ ਬਿਮਾਰੀਆਂ ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਔਰਤਾਂ ਦੇ ਵਿੱਚ PCOD ਹੈ, ਥਾਇਰੋਇਡ ਹੈ, ਮੋਟਾਪਾ ਹੈ, ਸ਼ੂਗਰ ਹੈ, ਉਹ ਸਾਰੀਆਂ ਲਾਈਫਸਟਾਈਲ ਡਿਸਆਰਡਰ ਹੈ। ਉਹ ਸਾਡੇ ਜ਼ਿੰਦਗੀ ਦੇ ਵਿੱਚ ਜਿਹੜੀ ਸਾਡੀ ਤਬਦੀਲੀਆਂ ਆ ਗਈਆਂ, ਇੱਕ ਬੈਠੇ ਰਹਿੰਦੇ ਆ, ਇੱਕ ਸਾਡੇ ਸਿਟਿੰਗ ਜੌਬਸ ਨੇ, ਜ਼ਿਆਦਾ ਚੱਲਦੇ ਫਿਰਦੇ ਨਹੀਂ ਹੈ, ਜਾਂ ਖਾਣ ਪੀਣ ਠੀਕ ਨਹੀਂ ਹੈ, ਪ੍ਰੀਜ਼ਰਵੇਟਿਵਸ ਵਾਲਾ ਖਾਣਾ ਖਾਂਦੇ ਆ, ਜੋ ਸੀਜ਼ਨਲ ਚੀਜ਼ਾਂ ਉਹ ਨਹੀਂ ਖਾਂਦੇ, ਉਹਨਾਂ ਚੀਜ਼ਾਂ ਕਰਕੇ ਹੋ ਰਹੀਆਂ। ਤਾਂ ਜਦੋਂ ਕੋਈ ਪੇਸ਼ੈਂਟ ਆਉਂਦਾ ਉਹਦਾ ਅਸੀਂ ਲੈਂਦੇ ਹਾਂ ਹਿਸਟਰੀ, ਤਾਂ ਉਹ ਪਤਾ ਲੱਗ ਜਾਂਦਾ ਵੀ ਇਹਦਾ ਰੂਟ ਕਾਜ਼ ਕੀ ਹੈ। ਅੱਧੀਆਂ ਚੀਜ਼ਾਂ ਤਾਂ ਆਹਾਰ ਵਿਹਾਰ ਦੇ ਨਾਲ ਹੀ ਠੀਕ ਹੋ ਜਾਂਦੀਆਂ ਨੇ। ਆਹਾਰ ਠੀਕ ਹੋਇਆ ਪੇਸ਼ੈਂਟ ਦਾ, ਕਾਫੀ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ। ਤੇ ਬਾਕੀ ਰਹੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਹਾਰਮੋਨ ਬੇਸਡ ਹੈ, ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਆਯੁਰਵੇਦ ਦੇ ਵਿੱਚ ਹੈਗੀਆਂ। ਜਿਵੇਂ PCOD ਹੈ, ਮਾਹਵਾਰੀ ਦੀਆਂ ਦਿੱਕਤਾਂ ਨੇ ਅੱਜ ਕੱਲ੍ਹ, ਉਹ ਵੀ ਸਾਰੀਆਂ ਖਾਣ ਪੀਣ ਦੇ ਨਾਲ ਰਿਲੇਟਡ ਨੇ। ਹਾਰਮੋਨ ਅਸੀਂ ਨੈਚੁਰਲ ਫਾਰਮ ਦੇ ਵਿੱਚ ਦਿੰਦੇ ਹਾਂ, ਆਰਟੀਫਿਸ਼ੀਅਲ ਫਾਰਮ ਦੇ ਵਿੱਚ ਨਹੀਂ ਦਿੰਦੇ। ਐਲੋਪੈਥੀ ਦੇ ਵਿੱਚ ਆਰਟੀਫਿਸ਼ੀਅਲ ਫਾਰਮ ਦੇ ਵਿੱਚ ਹਾਰਮੋਨ, ਸਟੀਰੋਇਡ ਜਾਂ ਕੁਝ ਚੀਜ਼ਾਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਠੀਕ ਕਰਨ ਵਾਸਤੇ। ਅਸੀਂ ਉਹੀ ਸਾਰੀਆਂ ਚੀਜ਼ਾਂ ਨੈਚੁਰਲ ਬੇਸ ਦੇ ਵਿੱਚ ਦਿੰਦੇ ਹਾਂ, ਜਿਹਦੇ ਨਾਲ ਪੇਸ਼ੈਂਟ ਦੀ ਬਿਮਾਰੀ ਵੀ ਠੀਕ ਹੁੰਦੀ ਹੈ ਔਰ ਉਹਨੂੰ ਕੋਈ ਉਸਦਾ ਸਾਈਡ ਇਫੈਕਟ ਵੀ ਨਹੀਂ ਹੁੰਦਾ। ਜੀ, ਮੈਂ ਅਗਲਾ ਸਵਾਲ ਇਹੀ ਪੁੱਛਣਾ ਸੀਗਾ ਕਿ ਇਹਨਾਂ ਦਵਾਈਆਂ ਦੇ ਸਾਈਡ ਇਫੈਕਟ ਹੁੰਦੇ ਆਯੁਰਵੈਦਿਕ ਦੇ ਕਿ ਨਹੀਂ? ਦੇਖੋ, ਇੱਕ ਚੀਜ਼ ਤਾਂ ਤੁਸੀਂ ਲੈ ਰਹੇ ਹੋ ਕੈਮੀਕਲ ਕੰਪੋਜੀਸ਼ਨ ਦੇ ਵਿੱਚ, ਜੋ ਕਿ ਬਲੱਡ ਸਟਰੀਮ 'ਚ ਜਿੰਨੀ ਦੇਰ ਰਹੀ ਓਨੀ ਦੇਰ ਪੇਸ਼ੈਂਟ ਠੀਕ ਰਿਹਾ, ਔਰ ਜਦੋਂ ਉਹ ਕੋਈ ਵੀ XYZ ਕੰਪੋਜੀਸ਼ਨ ਜਿਹੜੀ ਕੈਮੀਕਲ ਬੇਸ ਤੁਸੀਂ ਲਈ ਹੈ ਉਹ ਖਤਮ ਹੋ ਜਾਂਦੀ ਹੈ ਬਲੱਡ ਸਟਰੀਮ ਦੇ ਵਿੱਚ, ਤਾਂ ਪੇਸ਼ੈਂਟ ਫਿਰ ਬਿਮਾਰੀ ਆ ਜਾਂਦੀ ਹੈ। ਜਦੋਂ ਅਸੀਂ ਉਸਦੀ ਰੂਟ ਕਾਜ਼ ਤੋਂ ਕੰਮ ਕਰਦੇ ਹਾਂ, ਮੈਂ ਤੁਹਾਨੂੰ ਕਿਹਾ ਕਿ ਇੱਕ ਤਾਂ ਮੈਂ ਹੋ ਗਿਆ ਕਿ ਮੈਂ ਉਹਨੂੰ ਮੈਡੀਸਨ ਦਿੱਤੀ ਜਿਸ ਦੇ ਨਾਲ ਉਸਦੇ ਹਾਰਮੋਨ ਵੀ ਵਧ ਰਹੇ ਹੈ, ਤੇ ਨਾਲ ਹੀ ਅਸੀਂ ਉਹਦੇ ਰੂਟ ਕਾਜ਼ ਤੇ ਵੀ ਕੰਮ ਕਰ ਰਹੇ ਹਾਂ ਕਿ ਹੋਈ ਕਿਉਂ ਹੈ। ਦੋਨੋਂ ਤਰੀਕੇ ਨਾਲ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਬਿਮਾਰੀ ਜੜ ਤੋਂ ਜਾਂਦੀ ਹੈ, ਔਰ ਸਾਈਡ ਇਫੈਕਟ ਤਾਂ ਨਹੀਂ ਹੁੰਦੇ ਜੇ ਤੁਸੀਂ ਪ੍ਰੋਪਰ ਡਾਇਗਨੋਸ ਬਣ ਜਾਵੇ ਪੇਸ਼ੈਂਟ ਦੀ, ਸਾਨੂੰ ਪਤਾ ਚੱਲ ਜਾਵੇ ਕਿ ਇਹ ਵਾਤ ਪਿੱਤ ਕਫ ਦੇ ਨਾਲ ਅਸੀਂ ਕਿਵੇਂ ਬੈਲੈਂਸ ਕਰਨਾ ਹੈ। ਹਾਂ, ਕਈ ਵਾਰ ਪੇਸ਼ੈਂਟ ਕੁਝ ਕੁਐਕਸ ਤੋਂ ਜਾਂ ਪੇਪਰ ਤੋਂ ਪੜ੍ਹ ਕੇ ਜਾਂ WhatsApp ਫਾਰਵਰਡ ਤੋਂ ਜਿਵੇਂ ਕੋਈ ਵੀ ਚੀਜ਼ ਲੈ ਲੈਂਦੇ ਆ ਜਿਹਦੇ ਨਾਲ ਉਹਨਾਂ ਨੂੰ ਉਸਦੇ ਸਾਈਡ ਇਫੈਕਟ ਆਉਂਦੇ ਆ। ਤਾਂ ਆਯੁਰਵੇਦ ਦੇ ਨਾਲ ਇੱਦਾਂ ਸਾਈਡ ਇਫੈਕਟ ਜ਼ਰੂਰ ਕਈ ਲੋਕਾਂ ਨੂੰ ਆਉਂਦੇ ਨੇ ਜਦੋਂ ਉਹ ਬਿਨਾਂ ਰਿਸਰਚ ਤੋਂ, ਬਿਨਾਂ ਕਿਸੇ ਕੁਆਲੀਫਾਈਡ ਡਾਕਟਰ ਤੋਂ ਜਾ ਕੇ ਦਵਾਈ ਲੈਂਦੇ ਆ, ਤਾਂ ਉਹ ਕਈ ਵਾਰ ਸੂਟ ਨਹੀਂ ਕਰਦੀ। ਜੀ ਮੈਮ, ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਕਈ ਵਾਰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਕਿ ਸਾਡੇ ਰੋਜ਼ਮर्रा ਦੀ ਸਾਡੀ ਜੋ ਜ਼ਿੰਦਗੀ ਹੈ, ਨੱਠ ਭੱਜ ਹੈ, ਅਸੀਂ ਆਪਣੇ ਸਰੀਰ ਨੂੰ, ਅਸੀਂ ਆਪਣੇ ਮਨ ਨੂੰ ਉਨਾ ਟਾਈਮ ਨਹੀਂ ਦੇ ਪਾਉਂਦੇ ਜਿੰਨਾ ਕਿ ਦੇਣਾ ਚਾਹੀਦਾ ਹੈ। ਪਰ ਅਸੀਂ ਥੋੜ੍ਹਾ ਜਿਹਾ ਚੇਂਜ ਹੀ ਜੇ ਆਪਣੇ ਖਾਣ ਪੀਣ ਦੇ ਵਿੱਚ ਔਰ ਆਪਣੀ ਰੋਜ਼ ਦੀ ਜੋ ਸਾਡੀ ਲਾਈਫ ਸਟਾਈਲ ਹੈ, ਜਿਵੇਂ ਐਕਸਰਸਾਈਜ਼ ਜਾਂ ਕੁਝ, ਉਹਦੇ ਵਿੱਚ ਚੇਂਜਸ ਕਰ ਲਈਏ, ਕਿਉਂਕਿ ਖਾਣਾ ਖਾਣ, ਆਹਾਰ ਹੀ ਦਵਾ ਹੈ। ਜੇ ਅਸੀਂ ਖਾਣਾ ਖਾਣ ਦੇ ਨਾਲ ਹੀ ਤੰਦਰੁਸਤ ਹੋ ਸਕਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਅਸੀਂ ਬਿਨਾਂ ਮਤਲਬ ਤੋਂ ਖਾ ਰਹੇ ਹਾਂ, ਕਿਉਂਕਿ ਅੱਜ ਕੱਲ੍ਹ ਤੁਸੀਂ ਦੇਖੋ ਬਹੁਤ ਲੋਕ ਖਾਲੀ ਪੇਟ ਜੋ ਕਹਿੰਦੇ ਗੈਸ ਦੇ ਕੈਪਸੂਲਾਂ 'ਤੇ ਲੱਗੇ ਹੋਏ ਨੇ, ਹੈ ਨਾ, ਉਹ ਸਾਰੀਆਂ ਚੀਜ਼ਾਂ ਸਾਡੀਆਂ ਛੁੱਟ ਜਾਂਦੀਆਂ ਜਦੋਂ ਅਸੀਂ ਕਿਸੇ
ਕੁਆਲੀਫਾਈਡ ਡਾਕਟਰ ਤੋਂ ਆ ਕੇ ਆਪਣਾ ਡਾਈਟ ਚਾਰਟ ਜਾਂ ਆਪਣੀ ਮੈਡੀਸਿਨ ਆਪਣੀ ਪ੍ਰਕਿਰਤੀ ਜੱਜ ਕਰਾ ਕੇ ਆਪਣਾ ਲਾਈਫ ਸਟਾਈਲ ਹੀ ਚੇਂਜ ਕਰ ਲੈਂਦੇ ਆ ਤਾਂ ਸਾਨੂੰ ਬੜੀਆਂ ਸਾਰੀਆਂ ਬਿਮਾਰੀਆਂ ਆਟੋਮੈਟਿਕਲੀ ਹਟ ਜਾਂਦੀਆਂ ਨੇ। ਜੀ ਮੈਮ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ ਦਰਸ਼ਕੋ, ਵਾਕਈ ਜੇਕਰ ਤੁਸੀਂ ਕਿਸੇ ਵੀ ਬਿਮਾਰੀ ਦਾ ਇਲਾਜ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਲਾਈਫ ਸਟਾਈਲ ਜਿਹੜਾ ਹੈ ਉਹਨੂੰ ਵਧੀਆ ਰੱਖਣਾ ਪਊਗਾ। ਤੁਹਾਨੂੰ ਡਾਕਟਰ ਦੀ ਜਿਹੜਾ ਸਲਾਹ ਦੇ ਨਾਲ ਹੀ ਕਿਸੇ ਦਵਾਈ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਮੀਦ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਤੋਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ। ਹੁਣ ਮੈਨੂੰ ਦਮਨ ਪੀ ਨੂੰ ਦਿਓ ਆ ਗਿਆ। ਧੰਨਵਾਦ।